ਹੈਲੋ ਸਾਰਿਆਂ ਨੂੰ, ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਕੋਰਸ ਅਤੇ NPTEL ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਮੈਂ IIT ਖੜਗਪੁਰ ਤੋਂ ਰਾਜਾ ਰਾਮ ਹਾਂ। ਅਸੀਂ ਲੈਕਚਰ ਨੰਬਰ 7 ਵਿੱਚ ਹਾਂ। 1 ਤੋਂ 6 ਤੱਕ ਦੇ ਲੈਕਚਰ ਵਿੱਚ, ਅਸੀਂ ਇੰਜੀਨੀਅਰਿੰਗ ਡਰਾਇੰਗ ਦੀਆਂ ਬੁਨਿਆਦੀ ਗੱਲਾਂ ਜਿਵੇਂ ਸਕੇਲ ਅਤੇ ਹੋਰ ਚੀਜ਼ਾਂ ਨੂੰ ਕਵਰ ਕੀਤਾ ਹੈ। ਲੈਕਚਰ 7 ਤੋਂ 18 ਤੱਕ, ਅਸੀਂ ਜਿਓਮੈਟ੍ਰਿਕ ਰਚਨਾਵਾਂ ਅਤੇ ਕੋਨਿਕ ਸੈਕਸ਼ਨਾਂ ਨੂੰ ਕਵਰ ਕਰਾਂਗੇ। ਸਾਡੀਆਂ ਪਾਠ ਪੁਸਤਕਾਂ ER&D ਭੱਟ ਦੁਆਰਾ ਲਿਖੀਆਂ ਗਈਆਂ ਹਨ। ਅੱਜ ਦੀ ਕਲਾਸ ਵਿੱਚ, ਮੈਂ ਕੋਨਿਕ ਸੈਕਸ਼ਨਾਂ ਨੂੰ ਕਵਰ ਕਰਾਂਗਾ ਕਿ ਇਸ ਵਕਰ ਨੂੰ ਕਿਵੇਂ ਬਣਾਇਆ ਜਾਵੇ। ਕਿਸੇ ਵੀ ਚਿੱਤਰ ਨੂੰ ਡਰਾ ਕਰਨ ਲਈ ਸਾਨੂੰ ਪ੍ਰੋਟੈਕਟਰ, ਕੰਪਸ, ਪੈਨਸਿਲ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਖਾਸ ਜਿਓਮੈਟ੍ਰੀਕਲ ਉਸਾਰੀ ਦੀ ਲੋੜ ਹੁੰਦੀ ਹੈ। ਜਿਓਮੈਟ੍ਰਿਕ ਰਚਨਾ ਵਿੱਚ, ਸਭ ਤੋਂ ਪਹਿਲਾਂ ਜ਼ਰੂਰੀ ਭਾਗ ਇਹ ਹਨ ਕਿ ਇੱਕ ਲਾਈਨ ਨੂੰ ਕਿਵੇਂ ਦੁਭਾਜਿਤ ਕਰਨਾ ਹੈ, ਇੱਕ ਚਾਪ ਨੂੰ ਕਿਵੇਂ ਦੁਭਾਜਿਤ ਕਰਨਾ ਹੈ, ਅਤੇ ਲੰਬਕਾਰੀ ਲਾਈਨਾਂ ਨੂੰ ਕਿਵੇਂ ਡਰਾ ਕਰਨਾ, ਅਤੇ ਇੱਕ ਲਾਈਨ ਨੂੰ ਕਿਵੇਂ ਵੰਡਣਾ ਕਰਨਾ ਹੈ। ਇਸੇ ਤਰ੍ਹਾਂ ਇੱਕ ਕੋਣ ਨੂੰ ਕਿਵੇਂ ਦੁਭਾਜਿਤ ਕਰਨਾ ਹੈ, ਇੱਕ ਕੋਣ ਨੂੰ ਕਿਵੇਂ ਸਮਦੁਭਾਜਿਤ ਕਰਨਾ ਹੈ, ਸਰਕਲ ਨੂੰ ਕਿਵੇਂ ਵੰਡਣਾ ਕਰਨਾ ਹੈ। ਜੇ 3 ਬਿੰਦੂ ਦਿੱਤੇ ਗਏ ਹਨ ਤਾਂ ਇਹਨਾਂ ਤਿੰਨਾਂ ਬਿੰਦੂਆਂ ਵਿੱਚੋਂ ਗੁਜ਼ਰਦੇ ਹੋਏ ਇੱਕ ਸਰਕਲ ਕਿਵੇਂ ਬਣਾਉਣਾ ਹੈ। ਅਤੇ ਜੇ ਕੋਈ ਸਰਕਲ ਹੈ, ਤਾਂ ਆਮ ਲਾਈਨਾਂ ਅਤੇ ਟੇਂਜੈਂਟ ਲਾਈਨਾਂ ਕਿਵੇਂ ਬਣਾਉਣੀਆਂ ਹਨ, ਤਾਂ ਸਰਕਲ ਨੂੰ ਦਰਸਾਓ। ਅਤੇ ਨਾਲ ਹੀ ਜੇ ਕੋਈ ਐਕਸਟੀਰੀਅਰ, ਬਾਹਰੀ ਪੁਆਇੰਟ ਉਸ ਬਾਹਰੀ ਪੁਆਇੰਟ ਨੂੰ ਸਰਕਟ ਰਾਹੀਂ ਇੱਕ ਟੇਂਜੈਂਟ ਵਜੋਂ ਜੋੜਦਾ ਹੈ ਤਾਂ ਵੀ ਅਜਿਹਾ ਕਿਵੇਂ ਕਰਨਾ ਹੈ। ਅਤੇ ਨਿਯਮਿਤ ਬਹੁਭੁਜ ਜਿਵੇਂ ਕਿ ਵਰਗ, ਪੈਂਟਾਗਨ, ਹੈਕਸਾਗਨ ਅਤੇ ਹੋਰ ਚੀਜ਼ਾਂ ਨੂੰ ਕਿਵੇਂ ਬਣਾਉਣਾ ਹੈ। ਇਹ ਉਹ ਚੀਜ਼ਾਂ ਹਨ ਜੋ ਅਸੀਂ ਜਿਓਮੈਟ੍ਰਿਕ ਰਚਨਾ ਵਿੱਚ ਕਵਰ ਕਰਨ ਜਾ ਰਹੇ ਹਾਂ। ਅੱਜ ਦੇ ਲੈਕਚਰ 7 ਵਿੱਚ, ਪਹਿਲੇ 3 ਪੁਆਇੰਟ ਜਿਵੇਂ ਕਿ ਕਿਸੇ ਲਾਈਨ ਜਾਂ ਚਾਪ ਨੂੰ ਕਿਵੇਂ ਦੁਭਾਜਿਤ ਕਰਨਾ, ਲੰਬਕਾਰੀ ਲਾਈਨ ਕਿਵੇਂ ਡਰਾ ਕਰਨੀ ਹੈ, ਉਸ ਲਾਈਨ ਨੂੰ ਕਿਵੇਂ ਵੰਡਣਾ ਹੈ ਜੋ ਅਸੀਂ ਵੇਖਣ ਜਾ ਰਹੇ ਹਾਂ। ਪਹਿਲਾ ਉਦੇਸ਼ ਇਹ ਹੈ ਕਿ ਕਿਵੇਂ ਇੱਕ ਲਾਈਨ ਨੂੰ ਦੁਭਾਜਿਤ ਕਰਨਾ ਹੈ। ਇੱਥੇ ਪੁਆਇੰਟ A ਅਤੇ B ਦੇ ਨਾਲ ਇੱਕ AB ਲਾਈਨ ਹੈ। ਇਸ ਲਾਈਨ ਲਈ, ਅਸੀਂ ਬਰਾਬਰ ਹਿੱਸਿਆਂ ਵਿੱਚ ਦੁਭਾਜਿਤ ਕਰਨਾ ਚਾਹੁੰਦੇ ਹਾਂ, ਜਿਸਦਾ ਅਰਥ ਹੈ ਜੇ ਮੈਂ ਇਸ ਪੁਆਇੰਟ O ਵਜੋਂ ਕਹਿ ਰਿਹਾ ਹਾਂ, AO ਦੂਰੀ ਅਤੇ OB ਦੂਰੀ R ਇੱਕ ਦੂਜੇ ਦੇ ਬਰਾਬਰ ਹਨ। ਅਤੇ ਇਹ ਕਿ ਅਸੀਂ ਇੱਕ ਹੋਰ ਲੰਬਕਾਰੀ ਲਾਈਨ ਦੇ ਆਧਾਰ ਤੇ ਬਣਾਇਆ ਹੈ। ਇਸ ਲਈ C ਤੋਂ D ਤੱਕ ਦਾ ਕੋਣ C ਬਿੰਦੂ D ਬਿੰਦੂ ਬਣਾ ਕੇ ਅਤੇ ਲਾਈਨ ਨੂੰ C ਤੋਂ D ਤੱਕ ਜੋੜ ਕੇ 90 ਡਿਗਰੀ ਹੈ। ਅਸੀਂ ਇੱਕ ਦੁਭਾਜਿਤ ਰੇਖਾਖੰਡ ਬਣਾਉਣ ਦੀ ਸਥਿਤੀ ਵਿੱਚ ਹੋਵਾਂਗੇ। ਆਓ ਆਪਾਂ ਇਸ ਦੁਭਾਜਿਤ ਲਾਈਨ ਦੀ ਰਚਨਾ ਵਿੱਚ ਸ਼ਾਮਿਲ ਕਦਮਾਂ ਨੂੰ ਵੇਖੀਏ। ਪਹਿਲਾ ਕਦਮ ਇੱਕ ਲਾਈਨ AB ਨੂੰ ਡਰਾ ਕਰਨਾ ਹੈ। ਅਤੇ ਫਿਰ ਇਹ ਕੇਂਦਰ ਦੇ ਰੂਪ ਵਿੱਚ ਹੈ। ਇਸ ਲਈ ਇੱਥੇ, ਅਸੀਂ ਆਪਣੇ ਕੰਪਸ ਦੀ ਵਰਤੋਂ ਕਰਨ ਜਾ ਰਹੇ ਹਾਂ। ਇਸ ਨੂੰ A ਕੇਂਦਰ ਅਤੇ AB ਦੇ ਅੱਧੇ ਤੋਂ ਵੱਧ ਰੇਡੀਅਸ ਦੇ ਰੂਪ ਵਿੱਚ ਰੱਖੋ। A ਤੋਂ B ਦੀ ਦੂਰੀ O ਹੈ। ਇਸ ਲਈ ਸ਼ਾਇਦ ਮੈਂ ਇੰਨਾ ਰੇਡੀਅਸ ਚੁਣਦਾ ਹਾਂ, ਜੋ ਅੱਧੇ B ਤੋਂ ਵੱਧ ਹੈ। ਇੱਥੋਂ ਕੰਪਸ ਦੀ ਵਰਤੋਂ ਕਰੋ। ਪੁਆਇੰਟ B ਤੋਂ ਉਸੇ ਰੇਡੀਅਸ ਨਾਲ ਇੱਕ ਚਾਪ ਬਣਾਓ ਅਤੇ ਕੰਪਸ ਦੀ ਵਰਤੋਂ ਕਰਕੇ ਮੈਂ ਇੱਕ ਹੋਰ ਚਾਪ ਬਣਾਵਾਂਗਾ। ਇਸੇ ਤਰ੍ਹਾਂ B ਤੋਂ ਮੈਂ ਦੂਜੇ ਪਾਸੇ ਉਸੇ ਰੇਡੀਅਸ ਨਾਲ ਇੱਕ ਹੋਰ ਚਾਪ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਇੱਥੋਂ ਦੁਬਾਰਾ ਇੱਕ ਹੋਰ ਚਾਪ ਬਣਾਵਾਂਗਾ। ਇਸ ਲਈ ਜਿੱਥੇ ਕਿਤੇ ਵੀ ਇਹ ਚਾਪਾਂ ਇੱਕ ਦੂਜੇ ਨੂੰ ਕੱਟ ਰਹੀਆਂ ਹਨ, ਉਸ ਨੂੰ ਪੁਆਇੰਟ C ਅਤੇ ਪੁਆਇੰਟ D ਕਹੋ ਅਤੇ ਉਹ ਲਾਈਨਾਂ ਸ਼ਾਮਲ ਕਰੋ। ਇੱਕ ਵਾਰ ਜਦੋਂ ਅਸੀਂ ACD ਦੀ ਰਚਨਾ ਕਰਦੇ ਹਾਂ, ਤਾਂ AAB ਲਈ ਇੱਕ ਲੰਬਕਾਰੀ ਲਾਈਨ ਹੁੰਦੀ ਹੈ ਅਤੇ ACD ਲਾਈਨ C ਲਾਈਨ ਤੋਂ ਜੋ ਵੀ AB
ਨੂੰ 2 ਬਰਾਬਰ ਭਾਗਾਂ ਵਿੱਚ ਕੱਟਣ ਜਾ ਰਹੀ ਹੈ। ਆਓ ਅਸੀਂ ਇਸ ਨੂੰ ਆਪਣੀ ਡਰਾਇੰਗ ਸ਼ੀਟ ਉੱਤੇ ਵੇਖੀਏ। ਆਓ ਅਸੀਂ ਇੱਕ ਰੇਖਾਖੰਡ ਬਣਾਉਣ ਲਈ ਇੱਕ ਸਕੇਲ ਦੀ ਵਰਤੋਂ ਕਰੀਏ। ਆਓ ਇਹ ਨੂੰ ਮਾਰਕ ਕਰੀਏ। ਸ਼ਾਇਦ ਪੁਆਇੰਟ B ਨੂੰ ਮਾਰਕ ਕਰੀਏ। ਉਹ ਸ਼ਾਮਲ ਕਰੋ। ਇਸ ਨੂੰ A ਅਤੇ B ਮਾਰਕ ਕਰੋ। ਹੁਣ A ਤੋਂ ਸਾਡੇ ਕੰਪਸ ਦੀ ਵਰਤੋਂ ਕਰਦੇ ਹੋਏ ਸਾਨੂੰ AB ਦੇ ਅੱਧੇ ਤੋਂ ਵੱਧ ਰੇਡੀਅਸ ਚੁਣਨਾ ਹੈ। ਸ਼ਾਇਦ ਅਚਲ ਤੌਰ ਤੇ ਅਸੀਂ ਇਸ ਨੂੰ AB ਦੇ ਅੱਧੇ ਤੋਂ ਵੱਧ ਦੇ ਰੂਪ ਵਿੱਚ ਚੁਣਨ ਜਾ ਰਹੇ ਹਾਂ। ਹੁਣ A ਤੋਂ ਉਸ ਪਾਸੇ ਇੱਕ ਚਾਪ ਡਰਾਅ ਕਰੋ। ਇਸੇ ਤਰ੍ਹਾਂ ਉਸੇ ਰੇਡੀਅਸ ਲਈ B ਪੁਆਇੰਟ ਦੀ ਵਰਤੋਂ ਕਰੋ। ਪਹਿਲੀ ਚਾਪ ਨੂੰ ਕੱਟ ਕਰੋ। ਇਸੇ ਤਰ੍ਹਾਂ ਦੂਜੇ ਪਾਸੇ ਕੇਂਦਰ ਤੌਰ ਤੇ ਵਰਤੋ। ਇੱਕ ਚਾਪ ਦੀ ਰਚਨਾ ਕਰੋ। ਇਸੇ ਤਰ੍ਹਾਂ ਇਹ ਸਾਈਡ ਤੋਂ ਇੱਕ ਚਾਪ ਬਣਾਓ ਤਾਂ ਜੋ ਵੀ ਪੁਆਇੰਟ ਇੱਕ ਦੂਜੇ ਨੂੰ ਕੱਟਦੇ ਹਨ। ਆਓ ਅਸੀਂ C ਅਤੇ D ਕਹੀਏ। ਹੁਣ ਇਹਨਾਂ ਪੁਆਇੰਟਾਂ C ਅਤੇ D ਨੂੰ ਮਿਲਾਓ। ਇਹ ਰਚਨਾ ਦੀਆਂ ਲਾਈਨਾਂ ਬਹੁਤ ਹਲਕੀਆਂ ਲਾਈਨਾਂ ਵਾਂਗ ਹਨ। ਉਹ ਪੁਆਇੰਟ ਜਿੱਥੇ ਇਹ ਪਰਸਪਰ ਵਿਭਾਜਨ ਕਰ ਰਹੀ ਹੈ, ਆਓ ਅਸੀਂ ਉਸ ਪੁਆਇੰਟ ਨੂੰ O ਕਹੀਏ। ਅਸੀਂ A ਤੋਂ O 6 ਇਕਾਈਆਂ ਅਤੇ O ਤੋਂ B 6 ਇਕਾਈਆਂ ਦੀ ਦੂਰੀ ਨੂੰ ਮਾਪਣ ਜਾ ਰਹੇ ਹਾਂ, ਜੋ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ। ਇਸ ਲਈ ਇਹ O ਅਤੇ OB ਬਰਾਬਰ ਹਨ। ਆਓ ਅਸੀਂ ਅਗਲਾ ਉਦੇਸ਼ ਵੇਖੀਏ। ਇੱਕ ਚਾਪ ਨੂੰ ਕਿਵੇਂ ਕੱਟਣਾ ਹੈ। ਇੱਥੇ ਸਾਡੇ ਕੋਲ ਇੱਕ ਚਾਪ A ਤੋਂ B ਹੈ। ਪਹਿਲਾ ਪੁਆਇੰਟ ਇੱਥੇ ਹੈ ਅਤੇ ਆਖਰੀ ਪੁਆਇੰਟ B ਹੈ। ਅਤੇ ਅਸੀਂ ਇਸ ਚਾਪ ਨੂੰ ਕੱਟ ਕਰਨਾ ਚਾਹੁੰਦੇ ਹਾਂ, ਜਿਸ ਦਾ ਮਤਲਬ ਹੈ ਕਿ ਇਹ ਪੁਆਇੰਟ ਆਓ ਅਸੀਂ O ਕਹੀਏ। ਚਾਪ ਦੇ ਨਾਲ AO ਚਾਪ ਦੀ ਲੰਬਾਈ ਅਤੇ OB ਚਾਪ ਦੀ ਲੰਬਾਈ ਬਰਾਬਰ ਮੰਨੋ। ਆਓ ਇਸ ਵਿੱਚ ਸ਼ਾਮਲ ਕਦਮਾਂ ਨੂੰ ਵੇਖੀਏ। ਪਹਿਲਾਂ ਸਾਨੂੰ A ਨੂੰ ਸੈਂਟਰ ਵਜੋਂ ਅਤੇ B ਦੇ ਅੱਧੇ ਤੋਂ ਵੱਧ ਦੂਰੀ ਦੇ ਨਾਲ ਵਰਤਣਾ ਪਵੇਗਾ। ਇਸ ਦਾ ਮਤਲਬ ਇਹ ਹੈ ਕਿ ਪੁਆਇੰਟ A ਗਿਆਤ ਹੈ, B ਗਿਆਤ ਹੈ, ਅਤੇ ਉਹ A O B ਦੇ ਨਾਲ ਜਾਂਦੇ ਹਨ। ਪਰ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ A ਤੋਂ B ਤੱਕ L ਲਾਈਨ ਨਾਲ ਸ਼ਾਮਲ ਹੈ। ਇਸ ਲਈ A ਤੋਂ B ਦਾ ਅੱਧ ਇਸ ਤੋਂ ਵੱਧ ਅਸੀਂ ਰੇਡੀਅਸ ਵਜੋਂ ਚੁਣਨ ਜਾ ਰਹੇ ਹਾਂ, ਤਾਂ ਕਿ ਇੱਕ ਦੂਰੀ ਇੱਕ B ਦੇ ਅੱਧੇ ਤੋਂ ਵੱਧ ਹੋਵੇ। ਚਾਪਾਂ ਨੂੰ ਮਾਰਕ ਕਰੋ। ਇਸ ਲਈ A ਤੋਂ ਇਸ ਦੂਰੀ ਨੂੰ ਚੁਣਨਾ। ਰੇਡੀਅਸ A ਤੋਂ ਇੱਕ ਚਾਪ ਨੂੰ ਮਾਰਕ ਕਰੋ। ਇਸੇ ਤਰ੍ਹਾਂ A ਤੋਂ ਇਸ ਪਾਸੇ ਤੇ ਇੱਕ ਚਾਪ ਨੂੰ ਮਾਰਕ ਕਰੋ। ਉਸੇ ਰੇਡੀਅਸ ਦੇ ਨਾਲ ਸੈਂਟਰ B ਦੇ ਨਾਲ ਇੱਕ ਹੋਰ ਚਾਪ ਨੂੰ ਉਸੇ ਤਰੀਕੇ ਨਾਲ ਮਾਰਕ ਕਰੋ। ਇਸੇ ਤਰ੍ਹਾਂ ਇੱਕ ਹੋਰ ਚਾਪ ਨੂੰ ਇਸ ਤਰੀਕੇ ਨਾਲ ਮਾਰਕ ਕਰੋ ਕਿ ਜੋ ਵੀ ਪੁਆਇੰਟ ਕੱਟ ਕਰ ਰਹੇ ਹਨ, ਆਓ ਅਸੀਂ C ਪੁਆਇੰਟ ਅਤੇ D ਪੁਆਇੰਟ ਕਹੀਏ। ਉਹਨਾਂ ਨੂੰ ਸ਼ਾਮਲ ਕਰੋ ਅਤੇ ਪੁਆਇੰਟ ਜਿਸ ਰਾਹੀਂ ਇਹ OB ਚਾਪ O ਹੁੰਦਾ ਹੈ, ਅਤੇ ਇਹ ਉਹ ਬਿੰਦੂ ਹੈ ਜੋ ਦੋਵਾਂ ਚਾਪਾਂ ਨੂੰ ਦੁਭਾਜਿਤ ਕਰਦਾ ਹੈ। ਆਓ ਗ੍ਰਾਫ ਸ਼ੀਟ ਉੱਤੇ ਵੇਖੀਏ। ਹੁਣ ਅਸੀਂ ਇੱਕ ਆਰਬਿਟਰੇਰੀ
ਚੁਣਨ ਜਾ ਰਹੇ ਹਾਂ। ਆਓ ਇਸ ਤੋਂ ਇੱਕ ਪੁਆਇੰਟ ਨੂੰ ਮਾਰਕ ਕਰੀਏ। ਅਸੀਂ ਇੱਕ ਆਰਬਿਟਰੇਰੀ ਚਾਪ ਬਣਾਉਣ ਜਾ ਰਹੇ ਹਾਂ। ਆਓ ਅਸੀਂ ਕਿਸੇ ਪੁਆਇੰਟ ਨੂੰ A ਕਹੀਏ। ਆਓ ਅਸੀਂ ਕਿਸੇ ਹੋਰ ਪੁਆਇੰਟ ਨੂੰ B ਕਹੀਏ। ਅਤੇ ਇਸ ਚਾਪ ਨੂੰ A ਤੋਂ B ਤੱਕ ਅਸੀਂ ਵਿਭਾਜਿਤ ਕਰਨਾ ਚਾਹੁੰਦੇ ਹਾਂ। ਇਸ ਲਈ ਪਹਿਲਾ ਕਦਮ A ਅਤੇ B ਪੁਆਇੰਟਾਂ ਨੂੰ ਸ਼ਾਮਲ ਕਰਨ ਵਾਲੀ ਡੈਸ਼ ਲਾਈਨ ਬਣਾਓ। ਹੁਣ AB ਦੂਰੀ ਤੋਂ ਵੱਧ ਦਾ ਇੱਕ ਰੇਡੀਅਸ ਚੁਣੋ। ਸ਼ਾਇਦ ਇਹ ਇੱਕ ਸੈਂਟਰ ਚੁਣਨ ਜਾ ਰਿਹਾ ਹੈ। ਦੋਵਾਂ ਪਾਸਿਆਂ ਤੇ ਇੱਕ ਚਾਪ ਡਰਾ ਕਰੋ। ਇਸੇ ਤਰ੍ਹਾਂ P ਇੱਕ ਚਾਪ ਅਸਲੀ ਚਾਪ ਨੂੰ ਕੱਟ ਕਰਦੀ ਹੈ। ਇਸ ਲਈ ਆਓ ਅਸੀਂ ਇਸ ਪੁਆਇੰਟ ਨੂੰ C ਅਤੇ D ਕਹੀਏ। ਇਸ ਪੁਆਇੰਟ C ਅਤੇ D ਨੂੰ ਮਿਲਾਓ। ਇਸ ਲਈ ਉਹ ਪੁਆਇੰਟ ਜਿੱਥੇ ਇਹ ਦੁਭਾਜਿਤ ਵਿਭਾਜਿਤ ਹੁੰਦੀ ਹੈ, ਆਓ ਅਸੀਂ ਇਸ ਚਾਪ ਦੇ ਨਾਲ OA ਤੋਂ O ਨੂੰ ਇਸ ਚਾਪ ਦੇ ਨਾਲ O ਤੋਂ B ਦੇ ਬਰਾਬਰ ਕਹੀਏ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਇੱਕ ਚਾਪ ਨੂੰ ਦੁਭਾਜਿਤ ਕਰਦੇ ਹਾਂ। ਆਓ ਅਸੀਂ ਅਗਲੀ ਉਦਾਹਰਨ ਲੈਂਦੇ ਹਾਂ। ਕੀ ਤੁਸੀਂ ਇੱਕ ਖਾਸ ਪੁਆਇੰਟ K ਵਿੱਚੋਂ ਲੰਘਦੀ ਇੱਕ ਲੰਬਕਾਰੀ ਰੇਖਾ ਡਰਾ ਕਰਦੇ ਹੋ ਜੋ AB ਲਾਈਨ ਉੱਤੇ ਪਈ ਹੈ। ਇਸ ਲਈ ਕੀ ਦਿੱਤਾ ਗਿਆ ਹੈ? ਸਾਡੇ ਕੋਲ ਇੱਕ ਲਾਈਨ AB ਹੈ, ਪੁਆਇੰਟ A ਅਤੇ ਪੁਆਇੰਟ B ਹੈ। ਇੱਕ ਖਾਸ ਪੁਆਇੰਟ K ਹੈ। ਇਹ K ਪੁਆਇੰਟ ਜ਼ਰੂਰੀ ਤੌਰ ਤੇ A ਅਤੇ B ਦੇ ਵਿਚਕਾਰ ਨਾ ਹੋਵੇ। ਇਹ ਇੱਕ ਆਫਸੈਟ ਹੋ ਸਕਦਾ ਹੈ, ਜਿਸ ਦਾ ਮਤਲਬ ਹੈ ਕਿ A K B ਨਾਲੋਂ ਵੱਡਾ ਹੋ ਸਕਦਾ ਹੈ। ਹੁਣ ਅਸੀਂ ਕੀ ਕਰਨਾ ਚਾਹੁੰਦੇ ਹਾਂ? K ਵਿੱਚੋਂ ਲੰਘਦਾ ਲੰਬਵਤ ਦੁਭਾਜਕ ਲੰਬਵਤ ਲਾਈਨਾਂ ਬਣਾਉਂਦੇ ਹਾਂ ਜੋ ਇੱਕ ਦੂਜੇ ਨੂੰ ਕੱਟਣ ਜਾ ਰਹੀਆਂ ਹਨ, ਤਾਂ ਕਿ ਇਹ ਕੋਣ AB ਹੋਵੇ। A K B ਨਾਲੋਂ ਵੱਡਾ ਹੈ। ਇਹ ਕਿਵੇਂ ਕਰੀਏ ਕਿ ਅਸੀਂ ਆਧਾਰ ਤੇ ਜਾ ਰਹੇ ਹਾਂ? ਆਓ ਆਪਾਂ ਇਸ ਵਿਧੀ ਨੂੰ ਵੇਖੀਏ। ਸਭ ਤੋਂ ਪਹਿਲਾਂ ਪੁਆਇੰਟ K ਤੋਂ AB ਲਈ ਇੱਕ ਲੰਬਵਤ ਡਰਾ ਕਰੋ। ਇਹ ਉਦੇਸ਼ ਹੈ ਕਿ ਅਸੀਂ ਕੀ ਕਰਨਾ ਹੈ। ਪਹਿਲਾ ਕਦਮ K A ਤੋਂ ਘੱਟ ਇੱਕ ਰੇਡੀਅਸ KP ਚੁਣਨਾ ਹੈ। K ਪੁਆਇੰਟ ਤੋਂ ਇੱਕ ਹੋਰ ਆਰਬਿਟਰੇਰੀ ਪੁਆਇੰਟ P ਚੁਣੋ। ਜਿਵੇਂ ਕਿ AP PK ਤੋਂ ਛੋਟਾ ਹੋਵੇ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਵਧੇਰੇ ਦੂਰੀ ਤੇ ਹੈ। ਇਸ ਲਈ K ਤੋਂ AK ਲਾਈਨ ਤੇ ਇੱਕ ਚਾਪ ਨੂੰ ਮਾਰਕ ਕਰੋ। K ਤੋਂ ਬਰਾਬਰ ਰੇਡੀਅਸ ਦੇ ਨਾਲ ਸੈਂਟਰ ਵਜੋਂ ਦੂਜੀ ਚਾਪ Q ਨੂੰ ਮਾਰਕ ਕਰੋ। ਇਸ ਲਈ P ਪੁਆਇੰਟ ਤੋਂ K ਅਤੇ K ਤੋਂ Q ਉਹ ਬਰਾਬਰ ਹਨ। ਹੁਣ ਪਹਿਲੇ ਸਿਧਾਂਤ ਦੀ ਵਰਤੋਂ ਕਰੋ ਜੋ ਅਸੀਂ ਕੀਤਾ ਹੈ ਕਿ ਇੱਕ ਲਾਈਨ ਨੂੰ ਕਿਵੇਂ ਦੁਭਾਜਿਤ ਕਰਨਾ, ਕਿਉਂਕਿ ਹੁਣ K ਪੁਆਇੰਟ P ਅਤੇ Q ਨੂੰ ਦੁਭਾਜਿਤ ਕਰਦਾ ਹੈ।
ਇਸ ਲਈ P ਤੋਂ ਉਸ ਰੇਡੀਅਸ ਦੇ ਅੱਧੇ ਤੋਂ ਵੱਧ ਇਸ ਪਾਸੇ ਇੱਕ ਚਾਪ ਨੂੰ ਮਾਰਕ ਕਰੋ। ਇਸੇ ਤਰ੍ਹਾਂ Q ਪੁਆਇੰਟ ਤੋਂ ਉਸੇ ਰੇਡੀਅਸ ਨਾਲ ਇੱਕ ਹੋਰ ਚਾਪ ਮਾਰਕ ਕਰੋ। ਤਾਂ ਜੋ ਇੰਟਰਸੈਕਸ਼ਨ ਪੁਆਇੰਟ, ਇਸ ਨੂੰ R ਵਜੋਂ ਕਹੋ। ਇੱਥੋਂ ਲਾਈਨ ਨੂੰ ਜੋੜੋ। ਇੱਕ ਵਾਰ ਜਦੋਂ ਅਸੀਂ ਅਜਿਹਾ ਕਰ ਲੈਂਦੇ ਹਾਂ, ਤਾਂ ਸਾਨੂੰ ਪੁਆਇੰਟ K ਵਿੱਚੋਂ ਗੁਜ਼ਰਨ ਵਾਲੀ ਇੱਕ ਲੰਬਵਤ ਰੇਖਾ ਮਿਲੇਗੀ। ਆਓ ਇਸ ਨੂੰ ਵੇਖੀਏ। ਆਓ ਪਹਿਲਾਂ ਇੱਕ ਲਾਈਨ AB ਡਰਾ ਕਰੀਏ। ਹੋ ਸਕਦਾ ਹੈ ਕਿ ਇਹ ਲਾਈਨ ਹੋਵੇ। ਆਓ ਇਸ ਨੂੰ ਮਿਲਾਈਏ। ਇਸ ਪੁਆਇੰਟ ਨੂੰ A ਕਹੋ। ਇਸ ਪੁਆਇੰਟ ਨੂੰ B ਕਹੋ। ਹੁਣ ਇੱਥੇ ਕਿਤੇ ਇੱਕ ਪੁਆਇੰਟ K ਨੂੰ ਮਾਰਕ ਕਰੋ। ਅਤੇ ਅਸੀਂ ਜਿਓਮੈਟਰੀ ਦੀ ਰਚਨਾ ਦੁਆਰਾ ਇੱਕ ਲੰਬਵਤ ਲਾਈਨ ਡਰਾ ਕਰਨੀ ਚਾਹਾਂਗੇ। ਪਹਿਲਾ ਕਦਮ K ਤੋਂ ਹੈ। ਕਿਉਂਕਿ ਹੁਣ B ਇੱਕ ਛੋਟੀ ਲਾਈਨ ਹੈ ਜੇਕਰ ਅਸੀਂ K ਤੋਂ ਬਹੁਤ ਵੱਡਾ ਰੇਡੀਅਸ ਚੁਣ ਰਹੇ ਹਾਂ। ਜੇ ਮੈਂ ਮਾਰਕ ਕਰਨ ਜਾ ਰਿਹਾ ਹਾਂ ਤਾਂ ਇਹ ਵੱਧ ਰਿਹਾ ਹੋਵੇਗਾ। ਇਸ ਲਈ ਜ਼ਿਆਦਾ ਦੂਰੀ ਘੱਟ ਦੂਰੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਕਿੰਨੀ ਲੰਬਾਈ ਛੱਡੀ ਹੈ। ਇਸ ਲਈ ਆਓ ਅਸੀਂ K ਤੋਂ B ਤੱਕ ਦੀ ਦੂਰੀ ਚੁਣੀਏ, ਜੋ ਕਿ ਉਸ ਤੋਂ ਵੱਡੀ ਹੈ। ਇਸੇ ਤਰ੍ਹਾਂ K ਤੋਂ ਸਮਾਨ ਰੇਡੀਅਸ ਚੁਣਦੇ ਹਾਂ। ਚਾਪ ਨੂੰ ਮਾਰਕ ਕਰੋ। ਇਸ ਲਈ ਇਹ ਇੱਕ ਪੁਆਇੰਟ P ਅਤੇ ਇਹ ਪੁਆਇੰਟ Q ਹੈ। ਹੁਣ P ਤੋਂ ਇਹ ਦੂਰੀ ਤੋਂ ਮੈਨੂੰ K ਤੋਂ ਵੱਧ ਚੁਣਨਾ ਪੈਂਦਾ ਹੈ। ਇਹ ਉਹ ਹੈ ਜੋ ਮੈਂ ਇੱਕ ਚਾਪ ਡਰਾ ਕਰਨ ਲਈ ਚੁਣਨ ਜਾ ਰਿਹਾ ਹਾਂ। ਇਸੇ ਤਰ੍ਹਾਂ Q ਪੁਆਇੰਟ ਤੋਂ ਇੱਕ ਚਾਪ ਡਰਾ ਕਰੋ। ਪੁਆਇੰਟ ਨੂੰ ਮਾਰਕ ਕਰੋ। ਹੁਣ Q ਅਤੇ K ਨੂੰ ਮਿਲਾਓ। ਅਤੇ ਇਹ ਕੋਣ 90 ਡਿਗਰੀ ਹੋਵੇਗਾ। ਇਹਨਾਂ ਆਰਕ ਦੀ ਲੰਬਾਈ ਨੂੰ ਡਰਾਇੰਗ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ। ਆਓ ਇਸ ਪੁਆਇੰਟ ਨੂੰ R ਕਹੀਏ। ਇਸ ਤਰੀਕੇ ਨਾਲ ਅਸੀਂ ਪੁਆਇੰਟ K ਵਿੱਚੋਂ ਲੰਘਦੀ ਇੱਕ ਲੰਬਵਤ ਰੇਖਾ ਬਣਾਉਂਦੇ ਹਾਂ। ਸਾਡੇ ਅੱਜ ਦੇ ਸੈਸ਼ਨ ਦਾ ਤੀਜਾ ਪੁਆਇੰਟ ਉਦੇਸ਼ ਲਾਈਨ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਣਾ ਹੈ। ਆਓ ਵਿਚਾਰ ਕਰੀਏ ਕਿ ਇੱਥੇ ਇੱਕ ਲਾਈਨ AB ਹੈ ਅਤੇ ਅਸੀਂ ਇਸ ਨੂੰ ਬਰਾਬਰ ਖੰਡਾਂ ਵਿੱਚ ਵੰਡਣਾ ਚਾਹਾਂਗੇ। ਸ਼ਾਇਦ 1 2 3 4 5 ਬਰਾਬਰ ਖੰਡ ਹਨ ਜਿੱਥੇ ਅਸੀਂ ਬਣਾਉਣਾ ਚਾਹੁੰਦੇ ਹਾਂ। ਅਜਿਹਾ ਕਰਨ ਲਈ ਪ੍ਰਕਿਰਿਆ AB ਲਾਈਨ ਡਰਾਇੰਗ ਕਰਨ ਤੋਂ ਬਾਅਦ ਹੈ। ਇੱਕ ਝੁਕੀ ਹੋਈ ਰੇਖਾ AC ਡਰਾ ਕਰੋ। ਇਹ ਲਾਈਨ ਹੈ। ਸ਼ਾਇਦ ਇੱਕ ਤੀਬਰ ਕੋਣ ਜਿਵੇਂ 30 ਡਿਗਰੀ 40 ਡਿਗਰੀ ਅਤੇ ਆਦਿ AB ਤੱਕ। ਹੁਣ AC ਤੇ A ਤੋਂ C ਤੱਕ ਪੁਆਇੰਟ 1 ਨੂੰ ਮਾਰਕ ਕਰਨ ਲਈ ਕੰਪਸ ਦੀ ਵਰਤੋਂ ਕਰੋ। ਅਲਾਟ ਕੀਤੇ ਆਰਬਿਟਰੇਰੀ ਚਾਪ ਨੂੰ ਚੁਣੋ, ਫਿਰ ਇਸ ਨੂੰ 1 ਵਜੋਂ ਕਹੋ। ਇਸੇ ਤਰ੍ਹਾਂ ਇਸ ਤੋਂ ਸੈਂਟਰ ਵਜੋਂ ਮਾਰਕ ਕਰੋ। ਇੱਕ ਹੋਰ ਚਾਪ ਨੂੰ ਮਾਰਕ ਕਰੋ।
ਇਸ ਤੋਂ ਸੈਂਟਰ ਵਜੋਂ ਸਮਾਨ ਰੇਡੀਅਸ ਨਾਲ ਉਸ ਨੂੰ ਮਾਰਕ ਕਰੋ। ਸਮਾਨ ਰੇਡੀਅਸ ਨਾਲ ਉਸ ਨੂੰ ਮਾਰਕ ਕਰੋ। ਸਮਾਨ ਰੇਡੀਅਸ ਨਾਲ ਉਸ ਨੂੰ ਮਾਰਕ ਕਰੋ। ਇੱਕ ਵਾਰ ਜਦੋਂ ਇਹ ਹੋ ਜਾਂਦਾ ਹੈ, ਤਾਂ B ਨਾਲ ਪੁਆਇੰਟ 5 ਨੂੰ ਮਿਲਾਓ। ਇੱਕ ਵਾਰ ਜਦੋਂ ਇਹ ਇਸ ਰੇਖਾ ਦੇ ਸਮਾਂਤਰ ਹੋ ਜਾਂਦਾ ਹੈ, ਤਾਂ ਪੁਆਇੰਟ 5 ਦੇ ਸਮਾਂਤਰ ਅਤੇ B ਚੌਥੇ ਪੁਆਇੰਟ ਵਿੱਚੋਂ ਗੁਜ਼ਰਦੀਆਂ ਹੋਈਆਂ ਲਾਈਨਾਂ ਡਰਾ ਕਰੋ, ਜੋ 3 ਤੋਂ ਗੁਜ਼ਰਦੀਆਂ ਹੋਈਆਂ 2 ਵਿੱਚੋਂ ਗੁਜ਼ਰਦੀਆਂ ਹੋਈਆਂ 1 ਤੱਕ ਜਾਂਦੀਆਂ ਹਨ। ਜਿੱਥੇ ਵੀ ਇਹ ਇਸ ਦੂਰੀ ਨੂੰ ਕੱਟ ਰਿਹਾ ਹੈ, ਇਹ ਦੂਰੀ ਸਾਰੇ ਬਰਾਬਰ ਹਨ। ਇਸ ਤਰ੍ਹਾਂ ਇੱਕ ਲਾਈਨ ਨੂੰ 2 ਬਰਾਬਰ ਭਾਗਾਂ ਵਿੱਚ ਵੰਡ ਕਰਨ ਦਾ ਤਰੀਕਾ ਹੈ। ਆਓ ਇਸ ਨੂੰ ਗ੍ਰਾਫ ਸ਼ੀਟ ਉੱਤੇ ਵੇਖੀਏ। ਸਭ ਤੋਂ ਪਹਿਲਾਂ ਸਾਨੂੰ ਇੱਕ ਲਾਈਨ ਡਰਾ ਕਰਨੀ ਪਵੇਗੀ। A ਅਤੇ B ਪੁਆਇੰਟ ਮਾਰਕ ਕਰੋ। ਝੁਕੀ ਹੋਈ ਰੇਖਾ ਡਰਾ ਕਰੋ। ਹੁਣ ਉਸ ਲਾਈਨ ਤੇ ਇੱਕ ਆਰਬਿਟਰੇਰੀ ਰੇਡੀਅਸ ਚੁਣੋ। ਇਹਨਾਂ ਪੁਆਇੰਟਾਂ ਨੂੰ ਮਾਰਕ ਕਰੋ। ਇਸ ਲਈ ਇਸ ਪੁਆਇੰਟ ਦੀ ਵਰਤੋਂ ਕਰੋ। ਆਓ ਇਸ ਨੂੰ ਮਾਰਕ ਕਰੀਏ। ਇਸ ਨੂੰ ਸੈਂਟਰ ਵਜੋਂ ਚੁਣੋ। ਦੂਜੇ ਪੁਆਇੰਟ ਨੂੰ ਮਾਰਕ ਕਰੋ। ਇਸੇ ਤਰ੍ਹਾਂ ਇਹ ਸੈਂਟਰ ਵਜੋਂ ਵਰਤੋ। ਦੂਜੇ ਨੂੰ ਮਾਰਕ ਕਰੋ। ਇਸ ਤਰ੍ਹਾਂ ਇਹ ਪੁਆਇੰਟ। ਇਸ ਤਰ੍ਹਾਂ ਮਾਰਕ ਕਰੋ ਕਿ ਜੇ ਇਹ 5 ਪੁਆਇੰਟ ਹਨ ਤਾਂ ਸਾਨੂੰ ਕਿੰਨੇ ਬਣਾਉਣੇ ਪੈਣਗੇ। ਕੁੱਲ 5 ਚਾਪਾਨ ਵਿੱਚ ਸਾਨੂੰ 1 2 3 4 ਅਤੇ 5 1 ਇਹ ਇੱਕ ਬਣਾਉਣਾ ਹੈ। ਇਹਨਾਂ ਪੁਆਇੰਟਾਂ ਨੂੰ ਮਾਰਕ ਕਰੋ। ਹੁਣ ਪੰਜਵੇਂ ਬਿੰਦੂ ਨੂੰ ਪੁਆਇੰਟ B ਨਾਲ ਜੋੜੋ। ਹੁਣ ਸਾਨੂੰ ਇਸ ਲਾਈਨ ਦੇ ਸਮਾਂਤਰ ਜਾਣਾ ਪੈਣਾ ਹੈ। ਆਮ ਤੌਰ ਤੇ ਸਾਡੇ ਕੋਲ ਮਿਨੀ ਡਰਾਫਟਰ ਹੁੰਦਾ ਹੈ। ਅਜਿਹਾ ਕਰਨ ਲਈ ਦਿਸ਼ਾ ਵਿੱਚ ਐਡਜਸਟ ਕੀਤਾ ਗਿਆ ਹੈ, ਪਰ ਇੱਥੇ ਸਾਡੇ ਕੋਲ ਕੋਈ ਮਿਨੀ ਡਰਾਫਟਰ ਨਹੀਂ ਹੈ। ਇਸ ਲਈ ਸਮਾਂਤਰ ਰੇਖਾਵਾਂ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਦੇ ਲਈ ਇੱਕ ਲੰਬਵਤ ਲਾਈਨ ਬਣਾਉਣੀ ਪਵੇਗੀ। ਧਿਆਨ ਨਾਲ ਆਪਣੇ ਸੈੱਟ ਵਰਗਾਂ ਨੂੰ ਇਕਸਾਰ ਕਰੋ। ਇਸ ਦੀ ਵਰਤੋਂ ਕਰਨ ਲਈ ਡਰਾਫਟ ਸਹੀ ਸਾਧਨ ਹੈ। ਇਸ ਦੇ ਸਮਾਨਾਂਤਰ ਸਾਨੂੰ ਇਸ ਨੂੰ ਬਣਾਉਣਾ ਹੈ, ਜਿਸ ਦਾ ਮਤਲਬ ਹੈ ਕਿ ਤੁਹਾਡੇ ਸੈੱਟ ਵਰਗਾਂ ਵਿੱਚੋਂ ਇੱਕ ਨੂੰ ਇਸ ਦਿਸ਼ਾ ਵਿੱਚ ਇਕਸਾਰ ਕਰਨਾ ਹੈ। ਅਤੇ ਪੁਆਇੰਟ ਨੂੰ ਸਾਡੇ ਖਾਸ ਪੁਆਇੰਟਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਲਈ ਸਾਨੂੰ ਇੱਥੇ ਇੱਕ ਮੁਸੀਬਤ ਹੈ। ਆਓ ਅਸੀਂ ਇਸ ਨੂੰ ਇੱਥੋਂ ਕੋਸ਼ਿਸ਼ ਕਰੀਏ। ਬਾਅਦ ਵਿੱਚ ਅਸੀਂ ਇਸ ਲਾਈਨ ਨੂੰ ਵਧਾਵਾਂਗੇ। ਇਸ ਲਈ ਕਿਸੇ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਡਰਾਫਟ ਦੀ ਵਰਤੋਂ ਨਹੀਂ ਕਰਦੇ, ਅਸੀਂ ਇਸ ਨੂੰ ਅਸਲ ਵਿੱਚ ਨਹੀਂ ਬਣਾ ਸਕਦੇ। ਗੈਰ ਅਲਾਈਨਮੈਂਟ ਇਸ ਲਾਈਨ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕਰ ਸਕਦੀ ਹੈ। ਇਸ ਲਈ ਪਹਿਲਾ ਇਹ ਇੰਟਰਸੈਕਟਿੰਗ ਕਰ ਰਿਹਾ ਹੈ। ਦੂਸਰਾ ਉੱਥੇ ਇੰਟਰਸੈਕਟ ਕਰਨ ਜਾ ਰਿਹਾ ਹੈ।
ਹੁਣ ਇਹ ਸਿਰਫ ਇਸ ਲਾਈਨ ਨੂੰ ਵਧਾਓ। ਇਹਨਾਂ ਪੁਆਇੰਟਾਂ ਨੂੰ ਮਾਰਕ ਕਰੋ। ਸੋ ਆਓ ਅਸੀਂ 1 ਪ੍ਰਾਈਮ 2 ਪ੍ਰਾਈਮ 3 ਪ੍ਰਾਈਮ 4 ਪ੍ਰਾਈਮ ਕਹੀਏ, ਇਸ ਲਈ ਇਹ 1 ਪ੍ਰਾਈਮ ਬਰਾਬਰ 1 2 ਪ੍ਰਾਈਮ ਬਰਾਬਰ 2 3 ਪ੍ਰਾਈਮ ਬਰਾਬਰ ਪ੍ਰਾਈਮ ਲਈ 3 ਬਰਾਬਰ 4 ਪ੍ਰਾਈਮ b ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਸਮਾਨਾਂਤਰ ਰੇਖਾਵਾਂ ਨੂੰ ਬਣਾਉਣ ਦੇ ਮਾਮਲੇ ਵਿੱਚ ਕਿੰਨੇ ਸਾਵਧਾਨ ਹੋ। ਇਸ ਨੂੰ 5 ਬਰਾਬਰ ਹਿੱਸਿਆਂ ਵਿੱਚ ਬਣਾਉਣ ਲਈ ਇੱਕ ਹਿੱਸਾ ਹੋਵੇਗਾ। ਧੰਨਵਾਦ।